ਸਭ ਤੋਂ ਪਹਿਲਾਂ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਜੈ ਮਸੀਹ ਦੀ ਕਹਿੰਦੀ ਆ ਤੇ ਮੈਂ ਸ਼ੁਕਰ ਕਰਦੀ ਆ ਕਿ ਪ੍ਰਭੂ ਨੇ ਸਾਨੂੰ ਇੱਕ ਸੋਹਣੀ ਸ਼ਾਮ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ। ਮੈਂ ਪ੍ਰਭੂ ਦਾ ਧੰਨਵਾਦ ਕਰਦੀ ਆ ਤੇ ਜੋ ਅੱਜ ਮੈਨੂੰ ਪ੍ਰਭੂ ਨੇ ਆਪਣਾ ਵਚਨ ਦਿੱਤਾ, ਮੈਂ ਉਹ ਜਿਹੜਾ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ, ਮੈਂ ਉਹਦੇ ਬਾਰੇ ਵੀ ਪ੍ਰਭੂ ਦਾ ਬਹੁਤ ਧੰਨਵਾਦ ਕਰਦੀ ਆ। ਮੈਂ ਜਦੋਂ ਮੈਨੂੰ ਪਤਾ ਸੀਗਾ ਕਿ ਮੇਰੀ ਡਿਵੋਸ਼ਨ ਆ ਤੇ ਮੈਂ ਵਚਨ ਦੀ ਤਿਆਰੀ ਕਰਦੀ ਪਈ ਸੀ ਤੇ ਮੈਂ ਦੇਖਦੀ ਪਈ ਸੀ ਕਿ ਪ੍ਰਭੂ ਤੁਸੀਂ ਮੈਨੂੰ ਵਚਨ ਦਿਓ ਕਿ ਕਿਹੜਾ ਵਚਨ ਮੈਂ ਸ਼ੇਅਰ ਕਰਾਂ। ਤਾਂ ਪ੍ਰਭੂ ਹਮੇਸ਼ਾ ਮੈਨੂੰ ਉਹ ਵਚਨ ਦਿੰਦਾ ਜਿਹੜਾ ਕਿ ਸਭ ਤੋਂ ਪਹਿਲਾਂ ਮੇਰੀ ਚੰਗੀ ਸਫਾਈ ਹੁੰਦੀ ਆ ਤੇ ਫਿਰ ਮੈਂ ਆਪਦੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਦੀ ਆ ਤੇ ਪ੍ਰਭੂ ਹਰ ਇੱਕ ਦੀ ਜ਼ਰੂਰਤ ਦੇ ਮੁਤਾਬਕ ਉਹਨਾਂ ਨੂੰ ਉਹ ਵਚਨ ਦਾ ਅਸਰ ਉਹਨਾਂ ਤੇ ਹੁੰਦਾ। ਤੇ ਮੈਂ ਪ੍ਰਭੂ ਦਾ ਸ਼ੁਕਰ ਕਰਦੀ ਆ। ਪਿਛਲੀ ਵੀਕ ਮੈਂ ਤੇ ਪੀਟਰ ਥੋੜੇ ਜਿਹੇ ਅਪਸੈਟ ਹੋ ਗਏ ਤੇ ਮੈਂ ਪ੍ਰਭੂ ਕੋਲੇ ਰੋਈ ਤੇ ਮੈਂ ਪ੍ਰਭੂ ਨੂੰ ਕਿਹਾ ਤੇ ਮੈਂ ਦਿਲ ਦੇ ਵਿੱਚ ਕਾਫੀ ਇਦਾਂ ਦੇ ਵਿਚਾਰ ਲਿਆਂਦੇ ਜਿਹੜੇ ਕਿ ਪ੍ਰਭੂ ਨੂੰ ਚੰਗੇ ਨਹੀਂ ਲੱਗਦੇ। ਤਾਂ ਮੈਂ ਰੋਈ ਆਵਾਂ ਤੇ ਮੈਂ ਕਰੀ ਆਵਾਂ, ਪ੍ਰਭੂ ਮੈਂ ਕੀ ਕਰਾਂ। ਤੇ ਪ੍ਰਭੂ ਨੇ ਮੈਨੂੰ ਜਦੋਂ ਵਚਨ ਦਿੱਤਾ ਤੇ ਮੈਂ ਦੇਖਿਆ ਕਿ ਸੱਚਮੁੱਚ ਪ੍ਰਭੂ ਹਮੇਸ਼ਾ ਸਾਡੇ ਨਾਲ ਰਹਿੰਦਾ, ਸਾਨੂੰ ਕਦੇ ਵੀ ਛੱਡਦਾ ਨਹੀਂ। ਸਾਡੀ ਜ਼ਰੂਰਤ ਦੇ ਮੁਤਾਬਕ ਸਾਨੂੰ ਦੱਸਦਾ ਕਿ ਪ੍ਰਭੂ ਦੀ ਜ਼ਿੰਦਗੀ ਦੇ ਵਿੱਚ ਸਾਡੇ ਤੇ ਜਿਹੜੀ ਪਲਾਨ ਆ ਉਹ ਪਰਫੈਕਟ ਪਲਾਨ ਆ। ਪ੍ਰਭੂ ਦੇ ਜਿਹੜੇ ਵਿਚਾਰ ਆ ਉਹ ਸਾਡੇ ਤੇ ਪਰਫੈਕਟ ਪਲਾਨ ਆ, ਪਰਫੈਕਟ ਵਿਚਾਰ ਆ। ਸਾਡਾ ਅਸੀਂ ਦੁਨਿਆਵੀ ਆ ਤੇ ਅਸੀਂ ਦੁਨਿਆਵੀ ਤਰੀਕਿਆਂ ਨਾਲ ਸੋਚਦੇ ਆ, ਦੁਨਿਆਵੀ ਅੱਖਾਂ ਨਾਲ ਦੇਖਦੇ ਆ, ਦੁਨਿਆਵੀ ਕੰਨਾਂ ਨਾਲ ਸੁਣਦੇ ਆ। ਅਸੀਂ ਕਈ ਵਾਰੀ ਇਦਾਂ ਬੜਬੜਾਉਂਦੇ, ਗੁੱਸੇ ਦੇ ਵਿੱਚ ਕੁਝ ਇਦਾਂ ਦਾ ਕਹਿ ਦਿੰਦੇ ਜਿਹੜਾ ਵਾਪਸ ਮੂੰਹ 'ਚ ਨਹੀਂ ਜਾਂਦਾ। ਕਈ ਵਾਰੀ ਅਸੀਂ ਇਦਾਂ ਦੀਆਂ ਖਿਆਲ ਦੂਜਿਆਂ ਤੇ ਲੈ ਕੇ ਆਉਂਦੇ ਜਿਹੜੇ ਕਿ ਸਾਡੀ ਪ੍ਰਭੂ ਦੀਆਂ ਨਜ਼ਰਾਂ ਦੇ ਵਿੱਚ ਬਿਲਕੁਲ ਵੀ ਸਹੀ ਨਹੀਂ ਹੁੰਦੇ। ਤਾਂ ਮੈਂ ਪ੍ਰਭੂ ਦਾ ਸ਼ੁਕਰ ਕਰਦੀ ਆ ਕਿ ਪ੍ਰਭੂ ਨੇ ਮੈਨੂੰ ਦੱਸਿਆ ਕਿ ਆਈਦਰ you control your thoughts, otherwise your thoughts will control you। ਜੇ ਅਸੀਂ ਇਹਨਾਂ ਵਿਚਾਰਾਂ ਨੂੰ ਪ੍ਰਭੂ ਦੇ ਵਚਨ ਦੇ ਨਾਲ ਰਿਬਿਊਕ ਨਹੀਂ ਕਰਦੇ, ਕੰਟਰੋਲ ਨਹੀਂ ਕਰਦੇ ਤੇ ਇਹ ਵਿਚਾਰ ਸਾਨੂੰ ਕੰਟਰੋਲ ਕਰਦੇ, ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਉਹ ਕੰਮ ਕਰਾਉਂਦੇ ਜਿਹੜੇ ਸਾਡੇ ਪ੍ਰਭੂ ਨੂੰ ਚੰਗੇ ਨਹੀਂ ਲੱਗਦੇ, ਸਾਡੇ ਪ੍ਰਭੂ ਅਤੇ ਅਸੀਂ obedient ਨਹੀਂ ਠਹਿਰਦੇ। ਤਾਂ ਮੈਂ ਸੋਚ ਰਹੀ ਸੀ ਇਹ ਵਿਸ਼ਾ ਕਿ ਮੈਂ ਕੁਛ ਇਦਾਂ ਦਾ ਲੱਭਾਂ ਜਿਹਦੇ 'ਚ ਮੈਂ obedient ਤੇ disobedient ਬਾਰੇ ਦੱਸਾਂ। ਤਾਂ ਪਰ ਪ੍ਰਭੂ ਨੇ ਮੈਨੂੰ ਦਿਖਾਇਆ ਕਿ ਜਿਹੜੀ disobedient ਆਉਂਦੀ ਆ ਉਹ ਕਿੱਥੋਂ ਆਉਂਦੀ ਆ? ਸਾਡੇ ਵਿਚਾਰਾਂ 'ਚ ਆਉਂਦੀ ਆ, ਸਾਡੀਆਂ ਸੋਚਾਂ 'ਚ ਆਉਂਦੀ ਆ, ਸਾਡੇ ਖਿਆਲਾਂ 'ਚ ਆਉਂਦੀ ਆ। ਤਾਂ ਮੈਂ ਸੱਚੀ ਮੁੱਚੀ ਮੈਂ ਪਤਾ ਨਹੀਂ ਕਿਵੇਂ ਪ੍ਰਭੂ ਨੇ ਮੇਰੇ ਤੋਂ ਬਾਈਬਲ ਖੁਲਾਈ ਤੇ ਜਦੋਂ ਮੈਂ ਬਾਈਬਲ ਖੋਲੀ ਤੇ ਵਚਨ ਨਿਕਲਿਆ 2 ਕਰੰਥੀਆਂ ਉਹਦਾ 10 ਦਾ 3 ਤੋਂ 5। ਸੋ 2 ਕਰੰਥੀਅਨ ਉਹਦਾ 10ਵਾਂ ਚੈਪਟਰ ਤੇ ਉਹਦੀ 3 ਤੋਂ 5ਵੀਂ ਆਇਤ, ਪੇਜ 330। ਜੇ ਭੈਣਾਂ ਭਰਾਵਾਂ ਨੇ ਕੱਢਣਾ ਤਾਂ ਮੈਂ ਪਹਿਲਾਂ ਇਸ ਟ੍ਰਾਂਸਲੇਸ਼ਨ ਦੇ ਵਿੱਚ ਪੜੂੰਗੀ ਜਿਹੜੀ ਆਪਣੀ ਪੰਜਾਬੀ ਬਾਈਬਲ ਆ। ਇਹ ਠੀਕ ਹੈ ਕਿ ਅਸੀਂ ਸੰਸਾਰ ਵਿੱਚ ਰਹਿ ਰਹੇ ਹਾਂ, ਪਰ ਸਾਡਾ ਯੁੱਧ ਸੰਸਾਰਿਕ ਨਹੀਂ ਹੈ। ਸਾਡੇ ਲੜਨ ਵਾਲੇ ਹਥਿਆਰ ਵੀ ਸੰਸਾਰਿਕ ਨਹੀਂ ਹਨ, ਜਿਨ੍ਹਾਂ ਦੇ ਨਾਲ ਕੋਈ ਵੀ ਜਿੱਤਿਆ ਜਾ ਸਕਦਾ ਹੈ। ਉਸੇ ਦੀ ਮਦਦ ਨਾਲ ਅਸੀਂ ਝੂਠੇ ਤਰਕ ਦਾ ਨਾਸ਼ ਕਰਦੇ, ਪਰਮੇਸ਼ਵਰ ਦੇ ਗਿਆਨ ਦਾ ਮੁਕਾਬਲਾ ਕਰਨ ਵਾਲੀ ਹਰ ਤਰ੍ਹਾਂ ਦੀ ਮੁਸ਼ਕਲ ਨੂੰ ਹੱਲ ਕਰਦੇ ਅਤੇ ਇਸੇ ਤਰ੍ਹਾਂ ਅਸੀਂ ਹਰ ਵਿਚਾਰ ਨੂੰ ਕੈਦੀ ਬਣਾ ਕੇ ਉਸ ਨੂੰ ਮਸੀਹ ਦੇ ਆਗਿਆਕਾਰੀ ਬਣਾਉਂਦੇ ਹਾਂ। ਤਾਂ ਮੈਂ ਕਿਹਾ ਪ੍ਰਭੂ ਤੇਰਾ ਧੰਨਵਾਦ ਆ, ਤੂੰ ਅੱਜ ਮੈਨੂੰ ਦੱਸਿਆ ਕਿ ਜੋ ਮੇਰੀ ਪਲਾਨ ਤੇਰੇ ਹੱਥੇ ਆ ਜਾਂ ਪੀਟਰ ਹੱਥੇ ਆ, ਜਾਂ ਜੇ ਤੁਸੀਂ ਇਕੱਠੇ ਹੋਏ ਆ ਤਾਂ ਉਹ ਤੁਸੀਂ ਆਪਦੀ ਸੋਚ ਸਮਝ ਨਾਲ ਇਕੱਠੇ ਨਹੀਂ ਹੋਏ, ਉਹ ਮੇਰੀ ਸਮਝ ਨਾਲ ਮੇਰੇ ਪਲਾਨ ਦੇ ਮੁਤਾਬਕ ਤੁਸੀਂ ਇਕੱਠੇ ਹੋਏ ਆ। ਮੈਂ ਪ੍ਰਭੂ ਦਾ ਸ਼ੁਕਰ ਕਰਦੀ ਆ। ਜਦ ਮੈਂ ਦੂਜੀ ਬਾਈਬਲ ਦੇ ਵਿੱਚ ਪੜ੍ਹਿਆ ਤਾਂ ਉਹਦੇ 'ਚ ਲਿਖਿਆ ਸੀ, ਅਸੀਂ ਦੁਨੀਆ ਵਿੱਚ ਰਹਿੰਦੇ ਹਾਂ ਪਰ ਅਸੀਂ ਉਸੇ ਤਰ੍ਹਾਂ ਨਹੀਂ ਲੜਦੇ ਜਿਵੇਂ ਦੁਨੀਆ ਲੜਦੀ ਹੈ। ਅਸੀਂ ਜਿਨ੍ਹਾਂ ਹਥਿਆਰਾਂ ਨਾਲ ਲੜਦੇ ਹਾਂ ਉਹ ਦੁਨਿਆਵੀ ਹਥਿਆਰਾਂ ਨਾਲੋਂ ਵੱਖਰੇ ਹਨ। ਸਾਡੇ ਹਥਿਆਰਾਂ ਵਿੱਚ ਪਰਮੇਸ਼ਵਰ ਦੀ ਸ਼ਕਤੀ ਹੈ। ਇਹ ਹਥਿਆਰ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ਨੂੰ ਨਸ਼ਟ ਕਰਦੇ ਹਨ। ਇਹਨਾਂ ਹਥਿਆਰਾਂ ਦੀ ਸਹਾਇਤਾ ਨਾਲ ਅਸੀਂ ਲੋਕਾਂ ਦੀਆਂ ਦਲੀਲਾਂ ਨੂੰ ਤਬਾਹ ਕਰਨ ਦੇ ਯੋਗ ਹਾਂ। ਅਸੀਂ ਹਰ ਗੁਮਾਨ ਭਰੀ ਗੱਲ ਦਾ ਨਾਸ਼ ਕਰਦੇ ਹਾਂ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਖਿਲਾਫ ਆਪਣੇ ਆਪ ਨੂੰ ਵਧਾਉਂਦੀ ਹੈ। ਅਸੀਂ ਹਰ ਵਿਚਾਰ ਨੂੰ ਛੱਡਦੇ ਹਾਂ ਅਤੇ ਇਹਨੂੰ ਨਏ ਹੰਕਾਰ ਬਣਾ ਕੇ ਮਸੀਹ ਦੇ ਆਗਿਆਕਾਰੀ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਮੈਂ ਪ੍ਰਭੂ ਦਾ ਸ਼ੁਕਰ ਕਰਦੀ ਹਾਂ ਕਿ ਪ੍ਰਭੂ ਨੇ ਮੇਰੇ ਦਿਲ ਦੇ ਵਿੱਚ ਜੋ ਆਪਣੇ ਵਿਚਾਰ ਪਾਏ, ਮੈਨੂੰ ਚੇਂਜ ਕੀਤਾ। ਮੇਰੇ ਦਿਲ ਦੇ ਵਿੱਚ ਜੋ ਉਸ ਦਿਨ ਤੜਫ ਚੱਲ ਰਹੀ ਸੀ ਉਹਨੂੰ ਠੰਡਿਆ ਕੀਤਾ ਆਪਦੇ ਵਚਨ ਦੇ ਨਾਲ। ਮੈਂ ਉਹਦਾ ਬਹੁਤ ਸ਼ੁਕਰ ਕਰਦੀ ਹਾਂ।
ਜਦੋਂ ਮੈਂ ਡੀਟੇਲ ਦੇ ਵਿੱਚ ਫਿਰ ਇਸ ਵਚਨ ਨੂੰ ਪੜ੍ਹਿਆ ਤਾਂ ਮੈਂ ਇੰਗਲਿਸ਼ ਵਿੱਚ ਜਦੋਂ ਪੜ੍ਹ ਰਹੀ ਸੀ, for though we walk in the flesh we do not war after the flesh। ਸਾਡੀ ਜਿਹੜੀ ਲੜਾਈ ਹੈਗੀ ਆ, ਅਸੀਂ ਜ਼ਰੂਰ ਇਸ ਫਲੈਸ਼ ਦੇ ਵਿੱਚ ਹੈਗੇ, ਜਿੱਥੇ ਸਾਡੇ ਕੋਲੇ ਬਹੁਤ ਫੀਅਰ ਆ, ਐਂਗਜ਼ਾਇਟੀ ਆ, ਐਂਗਰ ਆ ਤੇ ਬਹੁਤ ਹੀ ਬੁਰੀਆਂ ਸੋਚਾਂ ਹੈਗੀਆਂ, ਪਰ ਜਿਹੜੀ ਸਾਡੀ ਲੜਾਈ ਆ ਉਹ ਇਸ ਦੁਨੀਆ ਦੀ ਲੜਾਈ ਨਹੀਂ ਹੈਗੀ, ਇਸ ਫਲੈਸ਼ ਦੀ ਲੜਾਈ ਨਹੀਂ ਹੈਗੀ। ਤੇ ਜਦੋਂ ਅਸੀਂ ਵਰਸ 4 ਦੇ ਵਿੱਚ ਪੜ੍ਹਦੇ ਹਾਂ, for the weapon of our warfare are not carnal but mightily through God to pulling down the strongholds। ਸੋ ਜਿਹੜਾ ਪੁਲਿੰਗ ਡਾਊਨ ਆ ਉਹ ਇੱਕ ਗ੍ਰੀਕ ਵਰਡ ਹੈਗਾ ਜਿਹਨੂੰ ਕਥਾਰੀਓ ਕਹਿੰਦੇ ਆ, ਜਿਹਦਾ ਮਤਲਬ ਹੈਗਾ ਕਿ ਟੇਕ ਡਾਊਨ ਔਰ ਡਿਸਟਰੋਏ। ਔਰ ਸਟਰੋਂਗ ਹੋਲਡ ਇੱਕ ਦੂਸਰਾ ਗ੍ਰੀਕ ਵਰਡ ਆ, ਜਿਹੜੀਆਂ ਸਾਡੀਆਂ ਹੈਬਿਟ ਆ, ਜਿਹੜੀ ਸਾਡੀਆਂ ਪੁਰਾਣੀਆਂ ਆਦਤਾਂ, ਜਿਹੜਾ ਸਾਡਾ ਐਂਗਰ ਆ, ਪਰ ਨਾਲ ਇਹ ਲਿਖਿਆ ਕਿ ਫॉर द ਵੈਪਨ ਆਫ ਆਵਰ ਵਾਰਫੇਅਰ ਆਰ ਨਾਟ ਕਾਰਨਲ। ਸਾਡੇ ਜਿਹੜੇ ਹਥਿਆਰ ਆ ਉਹ ਦੁਨਿਆਵੀ ਹਥਿਆਰ ਨਹੀਂ ਹੈਗੇ। ਸੋ ਇਸ ਜੰਗ ਨੂੰ ਜਿੱਤਣਾ ਤੇ ਜਿਹੜੇ ਸਾਨੂੰ ਪ੍ਰਭੂ ਨੇ ਹਥਿਆਰ ਦਿੱਤੇ ਆ ਉਹ ਹੈਗਾ ਪ੍ਰੇਅਰ, ਵਰਡ ਆਫ ਗॉड, ਫੇਥ ਇਨ ਲਾਰਡ, ਜਿਹਨੇ ਸਾਨੂੰ ਬਣਾਇਆ, ਜਿਹਨੇ ਮੇਰੀ ਜ਼ਿੰਦਗੀ ਦੇ ਇੱਕ ਇੱਕ ਦਿਨ ਦਾ ਲੇਖਾ ਲਿਖਿਆ ਹੋਇਆ ਕਿ ਮੇਰੀ ਜ਼ਿੰਦਗੀ 'ਚ ਕਿਸ ਦਿਨ ਕੀ ਹੋਣਾ। ਫਾਸਟਿੰਗ ਕਰਕੇ, ਪ੍ਰਭੂ ਦੇ ਵਰਡ ਨੂੰ ਪੜ੍ਹ ਕੇ ਤੇ ਪ੍ਰਭੂ ਦੀ ਆਵਾਜ਼ ਨੂੰ ਸੁਣ ਕੇ ਉਹ ਮੇਰੇ ਵਿਚਾਰਾਂ ਨੂੰ ਚੇਂਜ ਕਰ ਸਕਦਾ। ਤਾਂ ਮੈਂ ਪ੍ਰਭੂ ਦਾ ਸ਼ੁਕਰ ਕਰਦੀ ਹਾਂ ਜਦੋਂ ਮੈਂ ਇਹ ਪੜ੍ਹਿਆ ਕਿ ਫॉर द ਵੈਪਨ ਆਫ ਆਵਰ ਵਾਰਫੇਅਰ ਆਰ ਨਾਟ ਕਾਰਨਲ but mightily through God to pulling down the strongholds। ਜੋ ਵੀ ਮੇਰੇ ਦਿਲ ਦੇ ਜਾਂ ਸਾਡੇ ਦਿਲਾਂ ਦੇ ਵਿੱਚ ਜਿਹੜੇ ਵਿਚਾਰ ਆ, ਜਿਹੜੀਆਂ ਸਾਡੇ ਦਿਲਾਂ ਦੇ ਵਿੱਚ ਗਲਤ ਫਹਿਮੀਆਂ ਵਿਚਾਰਾਂ ਦੇ ਨਾਲ ਪੈਦਾ ਕੀਤੀਆਂ, ਜਿਹੜੀਆਂ ਸੇਟਨ ਨੇ ਪੈਦਾ ਕੀਤੀਆਂ, ਉਹਨਾਂ ਨੂੰ ਅਸੀਂ ਪ੍ਰਭੂ ਦੇ ਵਚਨ ਦੇ ਨਾਲ ਡਿਸਟਰੋਏ ਕਰ ਸਕਦੇ, ਉਹਨਾਂ ਨੂੰ ਟੇਕ ਡਾਊਨ ਕਰ ਸਕਦੇ। ਜਿਵੇਂ ਜੈਰੀਕੋ ਦੀ ਕੰਧ ਨੂੰ ਉਹਨਾਂ ਨੇ ਵਚਨਾਂ ਦੇ ਨਾਲ ਢਾ ਦਿੱਤਾ ਸੀ, ਜਿਹੜੀ ਕਿ ਦੁਨਿਆਵੀ ਹਥਿਆਰਾਂ ਨਾਲ ਨਹੀਂ ਟੁੱਟ ਸਕਦੀ, ਪਰ ਪ੍ਰਭੂ ਦੇ ਵਚਨਾਂ ਦੇ ਨਾਲ ਟੁੱਟ ਸਕਦੀ ਆ। ਮੈਂ ਪ੍ਰਭੂ ਦਾ ਸ਼ੁਕਰ ਕਰਦੀ ਹਾਂ ਉਸ ਵਚਨਾਂ ਤੇ ਵਰਸ 5 ਦੇ ਵਿੱਚ ਲਿਖਿਆ ਕਿ ਅਸੀਂ casting down imagination and every high thing that exalts itself against the knowledge of God and bringing into captivity every thought to obedient of Christ। ਮੈਂ ਪ੍ਰਭੂ ਦਾ ਇੰਨਾ ਸ਼ੁਕਰ ਕਰਦੀ ਹਾਂ ਕਿ ਪ੍ਰਭੂ ਨੇ ਸਾਨੂੰ ਉਹ ਗੱਲਾਂ ਦਿੱਤੀਆਂ ਜਿਹਦੇ 'ਚ ਅਸੀਂ ਕਹਿੰਦੇ ਹਾਂ, ਜਿਹਦੇ 'ਚ ਸਾਡੇ ਕੋਲ ਬਹੁਤ ਮੈਂ ਹੁੰਦੀ ਆ। ਪ੍ਰਭੂ ਦਾ ਵਚਨ ਸਾਡੀ ਉਸ ਮੈਂ ਨੂੰ ਤੋੜ ਦਿੰਦਾ ਤੇ ਪ੍ਰਭੂ ਦਾ ਵਚਨ ਸਾਨੂੰ ਹਰ ਅਵੱਗਿਆਕਾਰੀ ਤੋਂ ਬਚਾਉਂਦਾ, ਹਰ ਉਸ ਡਿਸਓਬੀਡੀਐਂਟ ਤੋਂ ਬਚਾਉਂਦਾ, ਜੇ ਅਸੀਂ ਪ੍ਰਭੂ ਦੇ ਵਚਨ ਨੂੰ ਆਪਦੇ ਦਿਲ ਦੇ ਨਾਲ ਲਾ ਕੇ ਰੱਖਦੇ ਹਾਂ। ਤੇ ਜੇ ਪ੍ਰਭੂ ਦੇ ਵਚਨ ਨੂੰ ਅਸੀਂ ਕਿਉਂਕਿ ਸਾਡੇ ਕੋਲੇ ਦਿਨ ਦੇ ਵਿੱਚ 1 ਘੰਟੇ ਦੇ ਵਿੱਚ 1 ਮਿੰਟ ਦੇ ਵਿੱਚ ਹਜ਼ਾਰਾਂ ਥਾਟ ਆਉਂਦੀਆਂ, ਜਿਹੜੀਆਂ ਥਾਟ ਸਾਡੇ ਕੋਲੇ ਆਉਂਦੀਆਂ ਤੇ ਉਹ ਜਿਹੜੀਆਂ ਥਾਟ ਹੁੰਦੀਆਂ ਨਾ, ਉਹਦੇ ਚੋਂ 90% ਥਾਟ ਦੁਨੀਆ ਦੀਆਂ ਹੁੰਦੀਆਂ, ਦੂਜੇ ਲੋਕਾਂ ਦੀਆਂ ਹੁੰਦੀਆਂ, ਐਂਗਰ ਦੀਆਂ ਹੁੰਦੀਆਂ, ਸੇਟਨ ਵੱਲੋਂ ਹੁੰਦੀਆਂ, ਤੇ ਜਿਹੜੀਆਂ 10% ਹੁੰਦੀਆਂ ਉਹ ਪ੍ਰਭੂ ਵੱਲੋਂ ਹੁੰਦੀਆਂ। ਤਾਂ ਅਸੀਂ ਇਹਦੇ ਆਪੋਜ਼ਿਟ ਕਰ ਸਕਦੇ ਕਿ 90% ਸਾਡੀਆਂ ਥਾਟ ਪ੍ਰਭੂ ਵੱਲੋਂ ਹੋਣ, ਜੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦੇ ਹਾਂ। ਤਾਂ ਜਦੋਂ ਮੈਂ ਪੜ੍ਹ ਰਹੀ ਸੀ ਕਿ ਸਾਡੀ ਇੱਕ ਜੰਗ ਆ ਸਾਡੇ ਮਨਾਂ ਦੇ ਵਿਚਾਰਾਂ ਦੀ, battlefield of our mind and how do I take care of every thought captive, how do I take every thought captive। ਮੈਂ ਹਰ ਇੱਕ ਸੋਚ ਨੂੰ ਕਿੱਦਾਂ ਮੈਂ ਏਦਾਂ ਕੰਟਰੋਲ ਕਰਾਂ ਕਿ ਮੈਂ ਪ੍ਰਭੂ ਦੇ ਵਚਨ ਦੇ ਨਾਲ ਉਹਨੂੰ ਕੰਟਰੋਲ ਕਰਾਂ ਕਿ ਸ਼ੈਤਾਨ ਮੇਰੇ 'ਚ ਕੋਈ ਉਹ ਥਾਟ ਨਾ ਪਾਵੇ ਜਿਹੜੀ ਪ੍ਰਭੂ ਵੱਲੋਂ ਨਾ ਹੋਵੇ। ਤੇ ਮੈਂ ਕੀ ਕਰਾਂ, what do I do with the thoughts। ਉਹ ਸੋਚਾਂ ਨੂੰ ਮੈਂ ਕਿੱਦਾਂ ਲੈ ਕੇ ਆਵਾਂ ਜਿਹੜੀਆਂ ਮੇਰੇ ਪ੍ਰਭੂ ਨੂੰ ਪਲੀਜ਼ ਕਰਨ ਤੇ ਮੈਨੂੰ obedient ਬਣਾਉਣ ਪ੍ਰਭੂ ਆਤੇ, ਹਨਾ। ਤੇ ਜਦੋਂ ਮੈਂ ਪੜ੍ਹ ਰਹੀ ਸੀ ਨਾ ਤੇ ਮੈਨੂੰ ਪ੍ਰਭੂ ਨੇ ਦੱਸਿਆ ਕਿ ਇੰਨੇ ਤਰੀਕਿਆਂ ਦੇ ਨਾਲ ਤੂੰ ਇਹ ਗੱਲ ਕਰ ਸਕਦੀ ਆ। The first thing that God wants us to trust God's process। ਮੈਂ ਦੇਖਿਆ ਕਿ ਪ੍ਰਭੂ ਨੇ ਸਾਡੀ ਜ਼ਿੰਦਗੀ ਦੇ ਵਿੱਚੋਂ ਬਹੁਤ ਜ਼ਿਆਦਾ ਉਹ ਚੀਜ਼ਾਂ ਆਲਰੇਡੀ ਕੱਢ ਦਿੱਤੀਆਂ। ਜੇ ਅਸੀਂ ਪ੍ਰਭੂ 'ਚ ਨਾ ਹੁੰਦੇ ਤਾਂ ਅੱਜ ਪਤਾ ਨਹੀਂ ਅਸੀਂ ਕਿੱਥੇ ਹੋਣਾ ਸੀ। ਮੈਂ ਪ੍ਰਭੂ ਦਾ ਸ਼ੁਕਰ ਕਰਦੀ ਹਾਂ ਕਿ ਪ੍ਰਭੂ ਨੇ ਜੋ ਮੈਂ ਪਹਿਲਾਂ ਸੀ ਉਹ ਮੈਂ ਅੱਜ ਨਹੀਂ ਹੈਗੀ, ਜੋ ਮੈਂ ਅੱਜ ਆ ਮੈਂ ਉਹ ਗਾਂ ਨਹੀਂ ਰਹੂੰਗੀ, ਕਿਉਂਕਿ ਪ੍ਰਭੂ ਹਰ ਰੋਜ਼ ਮੇਰੇ ਚੋਂ ਜਿਵੇਂ ਵੀਡ ਅਸੀਂ ਬੂਟੀ ਕੱਢਦੇ ਹਾਂ ਸਾਡੀ ਜ਼ਿੰਦਗੀ ਚੋਂ, ਹਰ ਜੋ ਬੁਰੇ ਵਿਚਾਰਾਂ ਨੂੰ ਐਜ਼ ਅ ਵੀਡ ਸਾਡੇ ਵਿੱਚੋਂ ਕੱਢਦੇ। ਸਾਡਾ ਜਿਹੜਾ ਮਾਈਂਡ ਇੱਕ ਬੈਟਲਫੀਲਡ ਗਰਾਊਂਡ ਆ ਜਿਹਦੇ ਵਿੱਚ ਤਾਈਓ, ਉਹਦੇ ਕਰਕੇ ਸਾਨੂੰ ਚਾਹੀਦਾ ਕਿ ਅਸੀਂ ਇਹਦੇ ਵਿੱਚ ਪ੍ਰਭੂ ਦਾ ਵਚਨ ਇੰਨਾ ਭਰ ਲਈਏ ਕਿ ਕੋਈ ਵੀਡ ਇਹਦੇ ਵਿੱਚ ਆਵੇ ਹੀ ਨਾ। ਤੇ ਜਿਹੜੀ ਇਹ ਵੀਡ ਕੱਢਣ ਦੀਆਂ ਨਾ ਪੰਜ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਕਿ know your identity in Lord, ਕਿ ਸਾਡੀ ਆਇਡੈਂਟੀਟੀ ਪ੍ਰਭੂ ਦੇ ਵਿੱਚ ਕੀ ਆ। ਸਾਡੇ ਪ੍ਰਭੂ ਨੇ ਸਾਡੇ ਅਤੇ ਜਾਨ ਦਿੱਤੀ ਆ, ਸਾਡੇ ਪ੍ਰਭੂ ਨੇ ਸਾਨੂੰ ਹਰ ਟੈਂਪਟੇਸ਼ਨ ਅਤੇ ਬਚਨ ਅਤੇ
ਵਚਨ ਦਿੱਤਾ, ਜਿਵੇਂ ਪ੍ਰਭੂ ਯਿਸੂ ਨੇ ਖੁਦ ਆਪ ਸਾਨੂੰ ਕਰਕੇ ਦਿਖਾਇਆ। ਜਦੋਂ ਉਹਨਾਂ ਤੇ ਟੈਂਪਟੇਸ਼ਨ ਆਈ ਸੀਗੀ, ਸ਼ੈਤਾਨ ਨੇ ਉਹਨਾਂ ਨੂੰ ਕਿਹਾ ਕਿ 40 ਦਿਨ ਦੇ ਜਦੋਂ ਉਹਨਾਂ ਨੇ ਫਾਸਟਿੰਗ ਕੀਤੀ ਸੀਗੀ ਕਿ ਇਹਨਾਂ ਪੱਥਰਾਂ ਨੂੰ ਕਹਿ ਕੇ ਇਹ ਤੇਰਾ ਤੇ ਖਾਣਾ ਬਣ ਜਾਵੇ, ਤੇ ਪ੍ਰਭੂ ਯਿਸੂ ਨੇ ਉਹਨਾਂ ਦਾ ਵਚਨ ਦੇ ਵਿੱਚੋਂ ਜਵਾਬ ਦਿੱਤਾ ਕਿ ਮਨੁੱਖ ਇਨਸਾਨ ਸਿਰਫ ਖਾਣੇ ਦੇ ਨਾਲ ਨਹੀਂ ਜਿੰਦਾ ਰਹਿੰਦਾ, ਪਰ ਉਹ ਸਪਿਰਿਚੁਅਲ ਫੂਡ ਦੇ ਨਾਲ ਜਿੰਦਾ ਰਹਿੰਦਾ। ਸੋ ਪ੍ਰਭੂ ਨੇ ਸਾਨੂੰ ਹਰ ਸਿਚੁਏਸ਼ਨ ਅਤੇ ਸਾਨੂੰ ਜਿਹੜੇ ਸਪਿਰਿਚੁਅਲ ਹਥਿਆਰ ਦਿੱਤੇ ਹੋਏ ਆ, ਜਿਹੜੇ ਅਸੀਂ ਪਾ ਸਕਦੇ ਹਾਂ। ਜਦੋਂ ਅਸੀਂ ਆਪਣੇ ਆਪ ਨੂੰ ਨੰਬਰ 2 ਦੇ ਵਿੱਚ ਅਸੀਂ ਡਿਪੈਂਡ ਕਰ ਲੈਂਦੇ ਆ ਨਾ ਕਿ ਪ੍ਰਭੂ ਜੀ ਤੁਸੀਂ ਮੇਰੀ ਮਦਦ ਕਰੋ, ਹੋਲੀ ਸਪਿਰਿਟ come and live in me and take control of my life and do everything that you want me to do। so ਜਦੋਂ ਅਸੀਂ ਹੋਲੀ ਸਪਿਰਿਟ ਨੂੰ ਆਪਦੀ ਜ਼ਿੰਦਗੀ 'ਚ ਲੈ ਲੈਂਦੇ ਹਾਂ, ਅਸੀਂ ਟਰਸਟ ਕਰਦੇ ਹਾਂ, ਅਸੀਂ ਪ੍ਰੇ ਕਰਦੇ ਹਾਂ, ਅਸੀਂ ਫਾਸਟ ਕਰਦੇ ਹਾਂ, ਪ੍ਰਭੂ ਦੀ ਪ੍ਰੇਜ਼ ਕਰਦੇ ਹਾਂ, ਤਾਂ ਪ੍ਰਭੂ ਆਪਦੇ ਬੱਚਿਆਂ ਨੂੰ ਕਦੇ ਵੀ ਇਹਨਾਂ ਦੇ ਵਿੱਚ ਵਿਚਾਰਾਂ ਦੀ ਜੰਗ ਦੇ ਵਿੱਚ ਕਦੇ ਵੀ ਹਾਰਨ ਨਹੀਂ ਦਿੰਦਾ। ਜਿਵੇਂ ਰੋਮਨ 13:14 ਦੇ ਵਿੱਚ ਲਿਖਿਆ, ਮੈਥਿਊ 5:29-30 ਦੇ ਵਿੱਚ ਲਿਖਿਆ। ਤੇ ਦੂਜੀ ਗੱਲ ਜਿਹੜੀ ਤੀਜਾ ਹੈਗਾ ਕਿ ਤੁਸੀਂ ਸਾਨੂੰ ਪਰਸੂ ਕਰਨਾ ਚਾਹੀਦਾ ਪ੍ਰਭੂ ਆਫਟਰ ਦ ਗੋਡ, ਜੋ ਸਾਨੂੰ ਪ੍ਰਭੂ ਯਿਸੂ ਨੇ ਦੱਸਿਆ। ਜੇ ਅਸੀਂ ਪ੍ਰਭੂ ਦੇ ਕਦਮਾਂ ਦੇ ਵਿੱਚ ਏਦਾਂ ਹੀ ਚੱਲਦੇ ਰਵਾਂਗੇ ਸਟੈਪ ਬਾਈ ਸਟੈਪ, ਯੈਸ we are not perfect but we can be better than before। ਜੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਚੱਲਦੇ ਰਵਾਂਗੇ, ਜੇ ਸਾਡੇ ਵਚਨ ਸਾਨੂੰ ਹਰ ਉਸ ਬੁਰੇ ਖਿਆਲਾਂ ਤੋਂ ਬਚਾ ਕੇ ਰੱਖਦਾ। ਜਦੋਂ ਹੀ ਲਾਸਟ ਵੀਕ ਮੇਰੇ ਨਾਲ ਇਹ ਗੱਲ ਹੋਈ ਤੇ ਰਾਈਟ ਵੇ ਪ੍ਰਭੂ ਦੇ ਵਚਨਾਂ ਨੇ ਮੇਰੇ ਮਨ ਨੂੰ ਜੋ ਦੱਸਿਆ, ਜੋ ਕਰਾਇਆ ਮੇਰੇ ਕੋਲੋਂ, ਮੈਂ ਪ੍ਰਭੂ ਅਤੇ ਉਹਦਾ ਬਹੁਤ ਸ਼ੁਕਰ ਕਰਦੀ ਹਾਂ। ਨਾਲ ਪ੍ਰਭੂ ਨੇ ਮੈਨੂੰ ਵਚਨ ਦਿੱਤਾ ਜਦੋਂ ਮੈਂ, ਤੇ ਸਭ ਨਾਲੋਂ ਵੱਡੀ ਗੱਲ ਆ ਕਿ ਜਦੋਂ ਕਦੇ ਏਦਾਂ ਦੀ ਗੱਲ ਆਉਂਦੀ ਹੈ ਤਾਂ ਸਭ ਨਾਲੋਂ ਵੱਡੀ ਸਾਡੀ ਹੋਲੀ ਸਪਿਰਿਟ ਸਾਡੀ ਮਦਦ ਆ। ਸਾਡੇ ਭੈਣ ਭਰਾ ਸਾਡੀ ਮਦਦ ਕਰ ਸਕਦੇ, ਅਸੀਂ ਉਹਨਾਂ ਨਾਲ ਆਪਦੀ ਦਿਲ ਦੀ ਗੱਲ ਕਰ ਸਕਦੇ ਹਾਂ। ਜਦੋਂ ਮੈਂ ਆਪਦੇ ਭਰਾ ਨਾਲ ਗੱਲ ਕਰਦੀ ਹਾਂ, ਉਹ ਹਮੇਸ਼ਾ ਹੀ ਮੈਨੂੰ ਇਹ ਗੱਲ ਕਹਿੰਦਾ ਕਿ ਅਸੀਂ ਜੋ ਗੱਲ ਕਰਨੀ ਆ, ਅਸੀਂ ਬਾਈਬਲ ਦੇ ਵਿੱਚੋਂ ਦੀ ਗੱਲ ਕਰਨੀ ਹੈ ਕਿ ਬਾਈਬਲ ਸਾਨੂੰ ਕੀ ਕਹਿੰਦੀ ਆ ਇਸ ਰਿਸ਼ਤੇ ਬਾਰੇ, ਬਾਈਬਲ ਸਾਨੂੰ ਕੀ ਕਹਿੰਦੀ ਆ। ਤਾਂ ਮੈਂ ਸ਼ੁਕਰ ਕਰਦੀ ਹਾਂ ਸਾਡੇ ਪਾਸਟਰਸ ਅਤੇ ਮੇਰੇ ਬ੍ਰਦਰ ਅਤੇ ਜੋ ਸਾਨੂੰ ਹਰ ਵਾਰ ਦੁਨਿਆਵੀ ਵਿਚਾਰਾਂ ਦੇ ਨਾਲ ਨਹੀਂ ਸਾਡਾ ਗੱਲਬਾਤ ਕਰਾਉਂਦੇ, ਪਰ ਪ੍ਰਭੂ ਦੇ ਵਿਚਾਰਾਂ ਦੇ ਨਾਲ ਸਾਨੂੰ ਦੱਸਦੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਹਰ ਇੱਕ ਜੋ ਵਿਚਾਰ ਆ, ਹਰ ਇੱਕ ਜੋ ਸੋਚ ਆ, ਉਹ ਕਿੱਦਾਂ ਦੀ ਹੋਣੀ ਚਾਹੀਦੀ ਆ। ਤਾਂ ਜਦੋਂ ਮੈਂ ਪੜ੍ਹ ਰਹੀ ਸੀਗੀ ਤਾਂ ਮੈਨੂੰ ਵਚਨ ਜਿਹੜਾ ਆਇਆ ਤਾਂ ਉਹ ਸੀਗਾ ਰੋਮੀਓ ਦਾ 13:14। ਕੇਵਲ ਪ੍ਰਭੂ ਯਿਸੂ ਨੂੰ ਆਪਣੇ ਹਥਿਆਰ ਦੇ ਤੌਰ ਤੇ ਪਾ ਲਵੋ ਅਤੇ ਸਰੀਰਕ ਵਾਸ਼ਨਾਵਾਂ ਦੀ ਤ੍ਰਿਪਤੀ ਦਾ ਧਿਆਨ ਛੱਡ ਦੇਵੋ। ਜਦੋਂ ਅਸੀਂ ਸਰੀਰਕ ਜ਼ਰੂਰਤਾਂ ਨੂੰ ਪ੍ਰਾਇੋਰਟੀ ਨਹੀਂ ਦਿੰਦੇ ਤੇ ਪ੍ਰਭੂ ਦੇ ਵਚਨ ਨੂੰ ਪ੍ਰਾਇੋਰਟੀ ਦਿੰਦੇ, ਪ੍ਰਭੂ ਸਾਡੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਦੇ ਆ, ਹਨਾ। ਪਰ ਫਿਰ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚ ਵੱਧਦੇ ਹਾਂ। ਫਿਲਿੱਪੀਆਂ 4:8 ਦੇ ਵਿੱਚ ਲਿਖਿਆ, ਬਾਕੀ ਮੇਰੇ ਵੀਰੋ, ਜੋ ਕੁਝ ਸੱਚਾ ਅਤੇ ਸੁੱਚਾ ਹੈ, ਜੋ ਕੁਝ ਠੀਕ ਅਤੇ ਸ਼ੁੱਧ ਹੈ, ਇਹ ਸਭ ਜੋ ਪਿਆਰ ਕਰਨ ਯੋਗ ਅਤੇ ਸੁੰਦਰ ਹੈ, ਜੋ ਆਚਰਣ ਵੱਲੋਂ ਅਤੀ ਸੁੰਦਰ ਅਤੇ ਵਡਿਆਈ ਦੇ ਯੋਗ ਹੈ, ਇਸ ਸਭ ਨੂੰ ਆਪਣੇ ਵਿਚਾਰ ਵਿੱਚ ਰੱਖੋ। ਕਿੰਨੀ ਸੋਹਣੀ ਉਹਨਾਂ ਨੇ ਇਹ ਚੀਜ਼ ਦੱਸੀ ਆ ਕਿ ਸਾਡੇ ਵਿਚਾਰਾਂ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ। ਜੋ ਕੁਝ ਤੁਸੀਂ ਮੇਰੇ ਕੋਲੋਂ ਸੁਣਿਆ ਅਤੇ ਦੇਖਿਆ ਹੈ, ਨਾਲੇ ਜੋ ਕੁਝ ਸਿੱਖਿਆ ਤੁਹਾਡੇ ਲਈ ਹੈ, ਅਤੇ ਉਹ ਸਭ ਰਵਾਇਤਾਂ ਜੋ ਤੁਸੀਂ ਮੇਰੇ ਤੋਂ ਪ੍ਰਾਪਤ ਕੀਤੀਆਂ ਹਨ, ਸਭ ਦੀ ਵਰਤੋਂ ਆਪਣੇ ਜੀਵਨ ਵਿੱਚ ਕਰੋ। ਇਹ ਕਰਨ ਤੇ ਪਰਮੇਸ਼ਰ ਦੀ ਸ਼ਾਂਤੀ ਤੁਸੀਂ ਪ੍ਰਾਪਤ ਕਰੋਗੇ। ਜਦੋਂ ਸਾਡੇ ਕੋਲੇ ਇਹ ਸਭ ਕੁਝ ਹੁੰਦਾ, ਉਦੋਂ ਸਾਡੇ ਕੋਲੇ ਪ੍ਰਭੂ ਦੀ ਸ਼ਾਂਤੀ ਹੁੰਦੀ ਆ। ਉਦੋਂ ਸਾਡੇ ਕੋਲੇ ਅਸ਼ਾਂਤੀ ਨਹੀਂ ਹੁੰਦੀ, ਉਦੋਂ ਅਸੀਂ ਓਬੀਡੀਐਂਟ ਹੁੰਦੇ ਆ, ਡਿਸਓਬੀਡੀਐਂਟ ਨਹੀਂ ਹੁੰਦੇ। ਤਾਂ ਪ੍ਰਭੂ ਦਾ ਵਚਨ ਆ ਨਾ ਵਾਅਦਿਆਂ ਨਾਲ ਭਰਿਆ ਪਿਆ। ਜਦੋਂ ਅਸੀਂ ਉਹਦੇ ਵਚਨ ਨੂੰ ਪੜ੍ਹਦੇ ਹਾਂ ਤੇ ਉਹਦੇ ਵਾਅਦਿਆਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਕਿੰਨੀ ਖੁਸ਼ੀ ਮਿਲਦੀ ਆ। ਫਿਲਿੱਪੀਅਨ 4:13 ਦੇ ਵਿੱਚ ਲਿਖਿਆ, ਮੇਰੇ ਕੋਲ ਉਸਦੇ ਰਾਹੀਂ ਜੋ ਮੇਰੀ ਸ਼ਕਤੀ ਦਾ ਸੋਮਾ ਹੈ, ਹਰ ਅਵਸਥਾ ਵਿੱਚ ਰਹਿਣ ਲਈ ਸ਼ਕਤੀ ਹੈ। ਮੈਂ ਪ੍ਰਭੂ ਦਾ ਸ਼ੁਕਰ ਕਰਦੀ ਹਾਂ ਕਿ ਜਦੋਂ ਮੈਂ ਦੁਬਾਰਾ ਇਸ ਵਚਨ ਪੜ੍ਹਿਆ, ਮੇਰੇ ਕੋਲ ਉਸਦੇ ਰਾਹੀਂ ਜੋ ਮੇਰੀ ਸ਼ਕਤੀ ਦਾ ਸੋਮਾ, ਮੇਰੇ ਪ੍ਰਭੂ ਦਾ ਵਚਨ ਹਰ ਅਵਸਥਾ ਵਿੱਚ ਰਹਿਣ ਦੀ ਸ਼ਕਤੀ ਹੈ। ਹਰ ਸਿਚੁਏਸ਼ਨ ਦੇ ਵਿੱਚ, ਹਰ ਵਿਚਾਰਾਂ ਦੇ ਵਿੱਚ ਪ੍ਰਭੂ ਮੇਰੇ ਨਾਲ ਆ, ਮੇਰੀ ਮਦਦ ਕਰਦਾ। ਜਦੋਂ ਮੈਂ ਉਹਨੂੰ ਹਮੇਸ਼ਾ ਆਪਦੇ ਨਾਲ ਰੱਖਦੀ ਹਾਂ। Yes, we have a peer pressure of worldly, but if we have every moment our God is with us, ਉਹਦੇ ਵਚਨ ਸਾਡੇ ਅਤੇ ਹਥਿਆਰ ਆ। ਜਦੋਂ ਸ਼ੈਤਾਨ ਸਾਨੂੰ ਆ ਕੇ ਸਾਡੇ ਦਿਮਾਗ ਦੇ ਵਿੱਚ ਕੋਈ ਵਿਚਾਰ ਪਾਵੇ ਤੇ ਅਸੀਂ ਰਾਈਟ ਵੇ ਕਹਿ ਸਕਦੇ ਕਿ ਬਾਈਬਲ ਦੇ ਵਿੱਚ, ਵਚਨ ਦੇ ਵਿੱਚ ਇਹ ਵੀ ਲਿਖਿਆ, ਵਚਨ ਦੇ ਵਿੱਚ ਇਹ ਵੀ ਲਿਖਿਆ। ਮੈਂ ਸ਼ੁਕਰ ਕਰਦੀ ਹਾਂ ਜਿਹੜਾ ਪ੍ਰਭੂ ਦਾ ਵਚਨ ਜਿਹੜਾ ਪ੍ਰਭੂ ਨੇ ਮੈਨੂੰ ਦਿੱਤਾ, ਤੇ ਪ੍ਰਭੂ ਨੇ ਮੈਨੂੰ ਬਹੁਤ ਇਸ ਵਚਨ ਦੇ ਰਾਹੀਂ, ਇਸ ਵਚਨ ਦੇ ਵਿੱਚ ਮੈਂ ਬਹੁਤ ਜ਼ਿਆਦਾ ਕੁਝ ਸਿੱਖਿਆ, ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ। ਪਰ ਮੈਂ ਤੁਹਾਡੇ ਨਾਲ
ਪ੍ਰਭੂ ਨੇ ਜੋ ਚਾਹਿਆ ਮੈਂ ਉਹੀ ਸ਼ੇਅਰ ਕੀਤਾ। ਮੈਂ ਪ੍ਰਭੂ ਦਾ ਸ਼ੁਕਰ ਕਰਦੀ ਹਾਂ ਇਸ ਵਚਨ ਤੇ ਮੈਂ ਚਾਹੁੰਦੀ ਹਾਂ ਪ੍ਰਭੂ ਹਮੇਸ਼ਾ ਹਮੇਸ਼ਾ ਆਪਦੇ ਵਿਚਾਰ ਮੇਰੇ ਵਿਚਾਰਾਂ ਤੋਂ ਨਾ ਹੋਣ, ਪਰ ਪ੍ਰਭੂ ਦੇ ਵਿਚਾਰਾਂ ਦੇ ਨਾਲ ਮੈਂ ਜ਼ਿੰਦਗੀ ਬਤੀਤ ਕਰਾਂ, ਜਿਹਦੇ ਨਾਲ ਮੈਂ ਪ੍ਰਭੂ ਦੀ ਅਵਗਿਆਕਾਰੀ ਦੀ ਬਜਾਏ ਆਗਿਆਕਾਰੀ ਬੱਚੀ ਬਣ ਸਕਾਂ। ਥੈਂਕ ਯੂ ਲਾਰਡ। ਬੈਕ ਟੂ ਸਿਸਟਰ ਕਮਲ।